ਸਾਰੇ ਜਿਹੜੇ ਕਿਸਾਨ ਬੈਠੇ ਆ ਉੱਥੇ ਉਹਨਾਂ ਦੇ ਕਾਰਨ ਹੀ ਵੱਧ ਰਹੀ ਹੈ कि 90 रुपीज़ तक पेट्रोल पहुंचने वाला है और 80 रुपीज़ तक डीजल है। तो आप कितने स्टैंड कर रहे हैं कि हाँ जी अपन ये चीज़ सस्ती मिल जाएगी या कुछ भी है, ये तो महंगाई बढ़ा रहे हैं। बहुत बुरा भला कह रहे हैं, सातों गाला भी नहीं सुन होंगी, इन्नी गाला कर रहे हैं। जो 200 का 300 का पाँदा सी मैडम हूँ इस टाइम 50 का, कोई 70 का, कोई 100 का पवा रहा वा। हर बंदा बीजेपी नूं गाला कढ़ रहा वा। इस टाइम ही रोटी मैंने खाना मुश्किल, अगर होर रेट वधिया तो लोग फिर रोड के उत्ते आएंगे। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਤੇ ਮੈਂ ਹਾਂ ਤਮੰਨਾ ਬੇਦੀ। ਨਵੇਂ ਸਾਲ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਮ ਆਦਮੀ ਦੇ ਉੱਤੇ ਪਹਿਲਾਂ ਕਰੋਨਾ ਦੇ ਨਾਲ ਸੰਘਰਸ਼ ਦੀ ਮਾਰ ਪੈ ਰਹੀ ਸੀਗੀ, ਲੇਕਿਨ ਉਸ ਤੋਂ ਬਾਅਦ ਹੁਣ ਆਮ ਆਦਮੀ ਜਿਹੜਾ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਦੇ ਨਾਲ ਜੂਝ ਰਿਹਾ ਹੈ। ਇੱਕ ਪਾਸੇ ਮਹਿੰਗਾਈ ਦੀ ਮਾਰ ਹੈ ਤੇ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਆਮ ਆਦਮੀ ਦਾ ਲੱਕ ਤੋੜ ਰਹੀਆਂ। ਗੱਲਬਾਤ ਕਰਦੇ ਹਾਂ ਇੱਥੇ ਮੌਜੂਦ ਲੋਕਾਂ ਦੇ ਨਾਲ, ਕਿਸ ਤਰ੍ਹਾਂ ਦੇਖਦੇ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ। ਸਰ, ਪੈਟਰੋਲ ਦੀਆਂ ਕੀਮਤਾਂ दिन प्रतिदिन बढ़ रही हैं, की कहना चाहूँगी? लोड तो हम लोगों पे पड़ रहा है। अब इसमें हम क्या कह सकते हैं, गवर्नमेंट क्यों नहीं कर रही इसको सस्ता, समझ में नहीं आ रहा। और लोड इतना ज़्यादा बढ़ रहा है कि एक तो देखिए ना कि ये जो कोविड हुआ है इसकी वजह से लोगों का काम में काफ़ी फ़र्क पड़ा है, उसके बावजूद हम लोगों पे बर्डन काफ़ी आ रहा है, बहुत ज़्यादा बर्डन आ रहा है। मतलब जहाँ जहाँ कटौती कर सकते हैं कम से कम इन चीज़ों में तो करें, क्योंकि ये पेट्रोल और डीजल वगैरह हर छोटे से छोटा आदमी भी यूज़ करता है, तो उनको इतना तो सोचना चाहिए कि पब्लिक कितनी परेशान हो रही है। ਰੋਜ਼ ਤੇਲ ਦੇ ਰੇਟ ਵਧਾਈ ਜਾਂਦੇ, ਕਦੀ 10 ਪੈਸੇ ਕਦੀ 20 ਪੈਸੇ ਰੋਜ਼ ਹੀ ਵਧਾਉਂਦੇ ਪਏ ਆ। ਅਸੀਂ ਰੋਜ਼ ਤੇਲ ਪਵਾਈਦਾ ਇਹਨਾਂ ਦੇ ਤੋਂ ਇੱਥੋਂ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਿ ਇਹ ਜਿਹੜਾ ਰਿਕਾਰਡ ਤੋੜ ਕੀਮਤਾਂ ਹਰ ਵਾਰ ਵਧ ਰਹੀਆਂ ਪੈਟਰੋਲ ਦੀਆਂ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਇਹ ਬਹੁਤ ਇੱਕ ਆਮ ਨੈਸੈਸਿਟੀ ਹੈ, ਇਹਨੂੰ ਅਵੋਇਡ ਵੀ ਨਹੀਂ ਕੀਤਾ ਜਾ ਸਕਦਾ। ਸਾਰੇ ਜਿਹੜੇ ਕਿਸਾਨ ਬੈਠੇ ਆ ਉੱਥੇ ਉਹਨਾਂ ਦੇ ਕਾਰਨ ਹੀ ਵੱਧ ਰਹੀ ਹੈ। ਜੇ ਸਰਕਾਰ ਉਹਨਾਂ ਨੂੰ ਸਹੀ ਕਰੂਗੀ, ਉਹਨਾਂ ਦੇ ਰੂਲ ਤੋੜੂ, ਜੋ ਉਹਨਾਂ ਨੂੰ ਚਾਹੀਦਾ ਉਹਨਾਂ ਦਾ ਸਹੀ ਕਰੂਗੀ, ਫੇਰ ਹੀ ਕੰਮ ਹੋਣੇ ਸਾਰੇ। बहुत गलत है काम, पब्लिक मैंने जेब मैंने ढिली होंदी मैंने पई है। गवर्नमेंट ਨੂੰ ਇਹਦੇ ਉੱਤੇ ਰਿਆਇਤ ਕਰਨੀ ਚਾਹੀਦੀ ਹੈ। ਆਮ ਆਦਮੀ ਦੀ ਜੇਬ में ਢਿੱਲੀ ਪਈ ਹੈ, ਰੋਟੀ ਮੈंने ਖਾਣਾ ਮੁਸ਼ਕਿਲ ਹੋਇਆ ਪਿਆ ਹੈ। ਇਹ ਪੈਟਰੋਲ ਤੇ ਡੀਜ਼ਲ ਦਾ ਰੇਟ ਘਟਣਾ ਚਾਹੀਦਾ। ਕੀ ਲੱਗਦਾ ਤੁਹਾਨੂੰ ਕੀ ਵਜ੍ਹਾ ਹੈ? ਵਜ੍ਹਾ ਆਈ ਕਿ ਗਵਰਨਮੈਂਟ ਦਾ ਸਖਤ ਰੂਲ ਆਪਣਾ ਮਨ ਖਜ਼ਾਨਾ ਮਨ ਪੜਨਾ ਤੇ ਪਬਲਿਕ ਨੂੰ ਪਰੇਸ਼ਾਨ ਕਰਨਾ। ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਹੈ ਕਿ ਪਬਲਿਕ ਨੂੰ ਰਾਹਤ ਦਿਓ ਤੇ ਪੈਟਰੋਲ ਤੇ ਡੀਜ਼ਲ ਤੇ ਰੇਟ ਮਨ ਘਟਾਓ। ਕਿਸ ਤਰ੍ਹਾਂ ਕਰੋਨਾ ਕਾਲ ਤੋਂ ਬਾਅਦ ਲੋਕਾਂ ਨੇ ਕਾਫੀ ਸੰਘਰਸ਼ ਭਰਿਆ ਟਾਈਮ ਦੇਖਿਆ ਵਾ, ਕਰੋਨਾ ਕਾਲ ਦੇ ਵਿੱਚ ਬਹੁਤ ਔਖਾ ਟਾਈਮ ਦੇਖਿਆ, ਤੇ ਹੁਣ ਜਿਹੜਾ ਨਵੇਂ ਸਾਲ ਤੋਂ ਲਗਾਤਾਰ ਕੀਮਤਾਂ ਜਿਹੜੀਆਂ ਵੱਧ ਰਹੀਆਂ ਵਾ ਪੈਟਰੋਲ ਦੀਆਂ, ਤੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਮੁਸ਼ਕਿਲ ਹੋ ਜਾਏਗਾ ਇੱਕ ਆਮ ਇਨਸਾਨ ਦੇ ਲਈ? ਇਸ ਟਾਈਮ ਹੀ ਰੋਟੀ ਮੈंने ਖਾਣਾ ਮੁਸ਼ਕਿਲ, ਅਗਰ ਹੋਰ ਰੇਟ ਵਧਿਆ ਤੇ ਲੋਕੀ ਫਿਰ ਰੋਡ ਦੇ ਉੱਤੇ ਆਣਗੇ। कीमतां ते थोड़ा मतलब रीजनेबल होनी चाहिए कि हर फैमिली अफोर्ड कर सके। मिडिल क्लास से बहुत ज़्यादा मुश्किल है इन्ना कुछ अफोर्ड कर पाना, तो गरीब ਲਈ ਤਾਂ ਅਸੀਂ ਕੀ ਕਹੀਏ। ਆਟੋਸ ਦੇ ਕਿਰਾਏ ਨੇ ਵੱਧ ਗਏ ਇਸੇ ਕਰਕੇ, ਪੈਟਰੋਲ ਮਹਿੰਗਾ ਕਿਉਂਕਿ ਫਿਰ ਉਹ ਵੀ ਨਜਾਇਜ਼ ਹੀ ਕਈ ਵਾਰੀ ਲੈ ਲੈਂਦੇ ਆ, ਤੇ ਮਿਡਲ ਕਲਾਸ ਤੇ ਗਰੀਬ ਲਈ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਆ, ਤੇ ਗਵਰਨਮੈਂਟ ਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਕਰੋਨਾ ਕਾਲ ਦੇ ਵਿੱਚ ਲੋਕਾਂ ਨੇ ਬੜੇ ਹੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਉਸ ਤੋਂ ਬਾਅਦ ਨਵੇਂ ਸਾਲ ਤੋਂ ਬਾਅਦ ਲਗਭਗ 10-15 ਵਾਰ ਜਿਹੜਾ ਕੀਮਤਾਂ ਜਿਹੜੀਆਂ ਵੱਧ ਚੁੱਕੀਆਂ ਪੈਟਰੋਲ ਅਤੇ ਡੀਜ਼ਲ ਦੀਆਂ। ਸੋ ਕੀ ਲੱਗਦਾ ਇੱਕ ਆਮ ਇਨਸਾਨ ਦੇ ਉੱਤੇ ਜਿਹੜਾ ਭਾਰ ਪਾਇਆ ਜਾ ਰਿਹਾ ਸਰਕਾਰ ਵੱਲੋਂ, ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਤਾਂ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ, ਤੇ ਗਵਰਨਮੈਂਟ ਤੇ ਜਨਤਾ ਨੂੰ ਵੀ ਚਾਹੀਦਾ ਕਿ ਸਰਕਾਰ 'ਤੇ ਜ਼ੋਰ ਦਈਏ, ਕਿਉਂਕਿ ਜਦੋਂ ਤੱਕ ਜਨਤਾ ਨਹੀਂ ਬੋਲੇਗੀ ਉਦੋਂ ਤੱਕ ਸਰਕਾਰ ਵੀ ਕੀ ਕਰੇਗੀ। ਸਰਕਾਰ ਨੂੰ ਲੱਗਦਾ ਕਿ ਜਾਇਜ਼ ਕਰ ਰਹੇ, ਜਦੋਂ ਤੱਕ ਸਰਕਾਰ ਨੂੰ ਇਹ ਅਹਿਸਾਸ ਨਹੀਂ ਕਰਵਾਇਆ ਜਾਏਗਾ ਕਿ ਉਹ ਗਲਤ ਕਰ ਰਹੇ ਆ, ਉਦੋਂ ਤੱਕ ਸਰਕਾਰ ਵੀ ਕੁਛ ਨਹੀਂ ਕਰੇਗੀ। ਸਾਡੀ ਮਾਸੂਮੀਅਤ ਦਾ ਹੋਰ ਫਾਇਦਾ ਚੱਕੇਗੀ, ਈਵਨ ਹੋਰ ਜ਼ਿਆਦਾ ਵਧਾਏਗੀ ਜੇ ਅਸੀਂ ਕੁਛ ਨਹੀਂ ਬੋਲਾਂਗੇ। ਸਾਰੀ ਜਨਤਾ ਨੂੰ ਮਿਲ ਕੇ ਇਕੱਠੇ ਹੋ ਕੇ ਬੋਲਣਾ ਚਾਹੀਦਾ, ਕਿਉਂਕਿ ਇੱਕ ਨਾਲ ਕੁਛ ਵੀ ਨਹੀਂ ਹੋ ਸਕਦਾ। ਜਦੋਂ ਤੱਕ ਇਕੱਠੇ ਨਹੀਂ ਹੋਵਾਂਗੇ, ਜਦੋਂ ਸਾਰੇ ਇਕੱਠੇ ਇੱਕ ਨਹੀਂ ਹੋਵਾਂਗੇ, ਉਹ ਤਾਂ ਕੁਛ ਨਹੀਂ ਹੋ ਸਕਦਾ। ਸਾਨੂੰ ਇਕੱਠੇ ਹੋ ਕੇ ਫਿਰ ਬੋਲਣਾ ਚਾਹੀਦਾ ਸਰਕਾਰ ਨੂੰ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇੱਕ ਆਵਾਜ਼ ਹੈ ਇੱਥੇ ਜਿਨ੍ਹਾਂ ਦੀ ਜੇਬ ਨਹੀਂ ਕਰ ਪਾ ਰਹੀ ਇਹ ਸਭ ਅਫੋਰਡ। ਡੀਜ਼ਲ ਰੇਟਸ ਕਾਫੀ ਵੱਧ ਗਏ ਨੇ, ਥੋੜ੍ਹਾ ਘਟਣਾ ਚਾਹੀਦਾ ਕਿ ਆਮ ਪਬਲਿਕ ਇਹਨੂੰ ਵੱਧ ਤੋਂ ਵੱਧ ਯੂਜ਼ ਕਰੇ। ਇਹ ਨਰਸਰੀ ਇਹਨੂੰ GST ਦੇ ਵਿੱਚ ਵੀ ਲੈਣਾ ਚਾਹੀਦਾ ਹੈ ਕਿ ਆਪਾਂ ਕਹਿੰਦੇ ਕਿ ਵਨ ਨੇਸ਼ਨ ਵਨ, ਤਾਂ ਪੈਟਰੋਲ ਅਤੇ ਡੀਜ਼ਲ ਨੂੰ ਵੀ ਇੱਕੋ ਰੇਟ 'ਚ ਹੋਣਾ ਚਾਹੀਦਾ। ਇੰਡੀਆ ਵਿੱਚ ਆਪਾਂ ਜਿੱਥੇ ਵੀ ਜਾਈਏ ਇੱਕੋ ਰੇਟ 'ਤੇ ਮਿਲੇ, ਅਤੇ ਰੇਟ ਘਟਣੇ ਚਾਹੀਦੇ ਨੇ ਕਿ ਆਮ ਪਬਲਿਕ ਸਾਰਾ ਬੇਸ ਹੀ ਇਹਦੇ ਉੱਪਰ ਖੜਿਆ ਜੀ। ਇਹ ਤਾਂ ਮੈਡਮ ਗੌਰਮੈਂਟ ਦੀ ਪੋਲਿਸੀ ਹੈ ਕਿ ਪਤਾ ਨਹੀਂ ਕੀ ਕਰਦੇ ਨੇ, ਕਿ ਆਪਾਂ ਸੋਚਦੇ ਹਾਂ ਕਿ ਸਾਡੇ ਪੈਸੇ ਬਚਣੇ ਚਾਹੀਦੇ ਹਨ, ਪਰ ਗੌਰਮੈਂਟ ਕਿਸੇ ਨਾ ਕਿਸੇ ਤਰੀਕੇ ਨੂੰ ਆਪਣਾ ਘਾਟਾ, ਜਿਵੇਂ ਆਪਾਂ ਵੈਕਸੀਨੇਸ਼ਨ ਬਣਦੀ ਹੈ, ਵੈਕਸੀਨੇਸ਼ਨ ਦਾ ਖਰਚਾ ਪੈਟਰੋਲ ਦੇ ਉੱਪਰ ਇਨਕਲੂਡਿੰਗ ਹੀ ਕਰ ਰਹੇ ਨੇ। ਇਹ ਘਟਣਾ ਚਾਹੀਦਾ ਪੈਟਰੋਲ। ਇਹ ਹਰ ਅਮੀਰ ਚਾਹੇ ਗਰੀਬ ਹੈ, ਪੈਟਰੋਲ ਹਰ ਬੰਦੇ ਦੀ ਜ਼ਰੂਰੀ ਹੈ। ਮੈਂ ਤਾਂ ਇਹੀ ਗੌਰਮੈਂਟ ਨੂੰ ਇਹੀ ਸਲਾਹ ਦਊਂਗਾ ਜੀ, ਰੇਟ ਘਟਣੇ ਚਾਹੀਦੇ ਨੇ ਕਿ ਆਮ ਪਬਲਿਕ ਵੱਧ ਤੋਂ ਵੱਧ ਯੂਜ਼ ਕਰੇ।
ਸਾਰੀ ਪਾਪੂਲੇਸ਼ਨ ਨੂੰ ਪੈਟਰੋਲ ਡੀਜ਼ਲ ਘੱਟ ਰੇਟ ਤੇ ਮਿਲਣਾ ਚਾਹੀਦਾ। ਪੈਟਰੋਲ ਡੀਜ਼ਲ ਨਾਲ ਗੈਸ ਵੀ ਘੱਟ ਰੇਟ ਤੇ मिलनी चाहिए। बहुत मुश्किल है, हमारी तो नेसेसिटीज़ नहीं पूरी हो रही, ऊपर से इतने इंक्रीज़ ऑफ प्राइजेस, तो इसके लिए तो पर ये भी एक बहुत इंपॉर्टेंट नेसेसिटीज़ के बिना हमारा रहना तो बहुत मुश्किल है। बट फिर भी उनको चाहिए कि थोड़ा सा हमारे को कॉपरेट करते हुए प्राइजेस को डिक्रीज़ करें। ਮੈਡਮ ਜੀ ਰੇਟ ਇਹ ਤਾਂ ਨਜਾਇਜ਼ ਹੋ ਰਹੀ ਹੈ ਜੀ, ਬਹੁਤ ਰੇਟ ਵੱਧ ਗਏ ਨੇ। ਇੱਦਾਂ ਦਾ ਗਰੀਬ ਬੰਦੇ ਵਾਸਤੇ ਜਿਉਣਾ ਮੁਸ਼ਕਿਲ ਹੋ ਗਿਆ ਮੈਡਮ। ਹੁਣ ਤੱਕ ਕੋਈ ਮਤਲਬ ਜਿਹੜਾ 200 ਦਾ 300 ਦਾ ਪਾਉਂਦਾ ਸੀ ਮੈਡਮ ਹੁਣ ਇਸ ਟਾਈਮ 50 ਦਾ, ਕੋਈ 70 ਦਾ, ਕੋਈ 100 ਦਾ ਪਵਾ ਰਿਹਾ ਵਾ। ਹਰ ਬੰਦਾ ਬੀਜੇਪੀ ਨੂੰ ਗਾਲਾਂ ਕੱਢ ਰਿਹਾ ਵਾ। ਹਰ ਦੂਜਾ ਤੀਜਾ ਗਾਹਕ ਆਪਣਾ ਮੋਦੀ ਸਰਕਾਰ ਨੂੰ ਆਪਣਾ ਬੋਲ ਰਿਹਾ ਵਾ, ਬੁਰਾ ਬੋਲ ਰਿਹਾ। ਗਰੀਬ ਬੰਦੇ ਵਾਸਤੇ ਮੁਸ਼ਕਿਲ ਹੋ ਗਿਆ ਮੈਡਮ ਜੀ। ਹਰ ਦੂਜਾ ਤੀਜਾ ਗਾਹਕ ਆਪਣਾ ਹਰ ਕਰ ਲਾਉਂਦਾ ਪਿਆ ਵਾ ਰੇਟ ਦੇਖ ਕੇ। ਡੇਲੀ ਦੂਜੇ ਤੀਜੇ ਦਿਨ ਰੇਟ ਵੱਧਦਾ ਪਿਆ ਵਾ। ਹਰ ਦੂਜਾ ਤੀਜਾ ਗਾਹਕ ਸਰਕਾਰ ਨੂੰ ਇੱਕ ਬਣਾ ਬੁਰਾ ਭਲਾ ਕਹਿ ਰਿਹਾ। ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਡਿਊਟੀ ਤੇ ਹੁੰਨੇ ਹੋ, ਰੋਜ਼ਾਨਾ ਹੀ ਕਿੰਨੇ ਲੋਕਾਂ ਦੀ ਪੈਟਰੋਲ ਦੀ ਜਿਹੜੀ ਆਪਣੀ ਸਰਵਿਸ ਦਿੰਦੇ ਹੋ, ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਵੋਗੇ, ਕੀ ਉਹਨਾਂ ਦਾ ਨਜ਼ਰੀਆ ਰਹਿੰਦਾ ਜਦੋਂ ਸੁਣਦੇ ਨੇ ਪੈਟਰੋਲ ਦੀਆਂ ਵਧੀਆ ਕੀਮਤਾਂ ਦੇ ਬਾਰੇ? ਉਹ ਤਾਂ ਬੀਜੇਪੀ ਸਰਕਾਰ ਨੂੰ ਆਪਣਾ ਗਾਲਾਂ ਹੀ ਕੱਢ ਰਹੇ ਨੇ ਮੈਡਮ ਜੀ, ਬਹੁਤ ਬੁਰਾ ਭਲਾ ਕਹਿ ਰਹੇ ਨੇ। ਸਾਤੋਂ ਗਾਲਾਂ ਵੀ ਨਹੀਂ ਸੁਣ ਹੁੰਦੀਆਂ, ਇੰਨੀਆਂ ਗਾਲਾਂ ਕੱਢ ਰਹੇ ਨੇ। ਹਰ ਦੂਜਾ ਤੀਜਾ ਗਾਹਕ ਬੋਲ ਕੇ ਜਾਂਦਾ ਮੈਡਮ ਜੀ, ਹਰ ਦੂਜਾ ਤੀਜਾ ਗਾਹਕ। ਤੋ ਸਾਡੇ ਨਾਲ ਮੌਜੂਦ ਨੇ ਪੈਟਰੋਲ ਪੰਪ ਦੇ ਮੈਨੇਜਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਦਿਨ ਪ੍ਰਤੀ ਦਿਨ ਪੈਟਰੋਲ ਦੀਆਂ ਕੀਮਤਾਂ ਜਿਹੜਾ ਲਗਾਤਾਰ ਵੱਧ ਰਹੀਆਂ ਨੇ, ਆਮ ਆਦਮੀ ਦੇ ਲਈ ਕਿੰਨੀ ਕੁ ਮਾਰ ਹੈ? ਤੁਸੀਂ ਇਸ ਨੂੰ ਐਜ਼ ਅ ਪੈਟਰੋਲ ਪੰਪ ਦੇ ਨਾਲ ਡਿਊਟੀ ਹੋਲਡਰ ਹੋ ਇੱਥੇ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹੈ ਤਾਂ ਜੀ ਬਹੁਤ ਜ਼ਿਆਦਾ, ਮਤਲਬ ਕਿ ਹਰੇਕ ਬੰਦਾ, ਚਾਹੇ ਨਾਰਮਲ ਕੋਈ ਵੀ ਹੈ, ਦਿਹਾੜੀਦਾਰ ਹੈ, ਚਾਹੇ ਕੋਈ ਵੀ ਹੈ, ਸਭ ਲਈ ਪ੍ਰੋਬਲਮ ਹੈ, ਕਿਉਂਕਿ ਡੇਲੀ ਰੂਟੀਨ ਦੇ ਨਾਲ ਇਹ ਰੇਟ ਵੱਧ ਰਹੇ ਨੇ। ਜਦਕਿ ਕਰੂਡ ਦੇ ਰੇਲ ਇੰਨੇ ਉੱਥੋਂ ਅਪ ਨਹੀਂ ਹੋ ਰਹੇ। ਔਰ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਕਿ ਵਨ ਨੇਸ਼ਨ ਵਨ ਟੈਕਸ, ਤੇ ਮੈਂ ਤਾਂ ਇਹ ਕਹਿ ਰਿਹਾ ਕਿ GST ਦੇ ਅੰਡਰ ਲੈ ਕੇ ਆਉਣਾ ਚਾਹੀਦਾ ਇਹਨੂੰ ਵੀ। ਐਕਸਾਈਜ਼ ਡਿਊਟੀ ਵਧਾ ਰਹੇ ਨੇ, ਕੋਈ ਇੱਦਾਂ ਦਾ ਕੋਈ ਚੀਜ਼ ਹੈ ਨਹੀਂ ਪਿੱਛੇ ਦੀ, ਕਿਉਂਕਿ ਕਰੂਡ ਆਇਲ ਬਹੁਤ ਜ਼ਿਆਦਾ ਹਾਈ ਹੋਇਆ ਹੋਵੇ। ਤੇ ਜਿਸ ਹਿਸਾਬ ਨਾਲ BJP ਕਾਂਗਰਸ ਨੂੰ ਟਾਰਗੇਟ ਕਰਕੇ ਆਈ ਸੀ ਕਿ ਅਸੀਂ LPG ਚਾਹੇ ਪੈਟਰੋਲੀਅਮ ਆ, ਇਹਨੂੰ ਅਸੀਂ ਘੱਟ ਤੋਂ ਘੱਟ ਰੇਟ 'ਚ ਦੇਵਾਂਗੇ। ਔਰ ਜੋ ਵੀ ਇਹਨਾਂ ਦੇ ਨਾਲ ਐਸੋਸੀਏਟ ਸੀਗੇ, ਚਾਹੇ ਉਹ ਬਾਬਾ ਰਾਮਦੇਵ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਅਸੀਂ 50 ਤੋਂ 55 ਰੁਪਏ ਦਾ ਰੇਟ ਤੱਕ ਲੈ ਕੇ ਆਵਾਂਗੇ। ਬਟ ਇਹਨਾਂ ਨੇ ਕਰੋਨਾ ਦੇ ਵਿੱਚ ਵੀ 10% ਤੱਕ, ਮਤਲਬ 10 ਰੁਪਏ ਐਕਸਾਈਜ਼ ਡਿਊਟੀ ਵਧਾਈ ਹੈ, ਜਦਕਿ ਕਰੂਡ ਆਇਲ ਪਿੱਛੋਂ ਦੀ ਬਿਲਕੁਲ ਹੀ ਗਿਰ ਗਿਆ ਸੀਗਾ। ਉਸ ਟਾਈਮ ਤੇ ਕੋਈ ਪਰਚੇਜ਼ਿੰਗ ਨਹੀਂ ਸੀ। ਤੇ ਇਹ ਤਾਂ ਫੇਲੀਅਰ ਆ ਗਵਰਨਮੈਂਟ ਦਾ ਬਹੁਤ ਬੜਾ। ਤਾਂ ਮੈਂ ਤਾਂ ਇਹ ਕਹਿੰਦਾ ਕਿ ਹਾਂ ਕਿ ਰੇਟ ਦਾ ਇੰਨਾ ਕੋਈ ਬਣਦਾ ਨਹੀਂ, ਕਿਉਂਕਿ ਆਮ ਲੋਕਾਂ ਲਈ ਅੱਜ ਦੀ ਡੇਟ ਦੇ ਵਿੱਚ ਜਿਹੜੇ, ਚਾਹੇ ਆਪਾਂ ਲਗਾ ਲਈਏ ਬੈਂਕ ਦੇ EMPLOYEE ਹੈ, ਚਾਹੇ ਕੋਈ ਵੀ ਮਾਰਕੀਟਿੰਗ ਵਾਲਾ ਬੰਦਾ ਹੈ, ਸਭ ਲਈ ਪ੍ਰੋਬਲਮ ਹੈ ਕਿ 90 ਰੁਪੀਜ਼ ਤੱਕ ਪੈਟਰੋਲ ਪਹੁੰਚਣ ਵਾਲਾ ਹੈ ਔਰ 80 ਰੁਪੀਜ਼ ਤੱਕ ਡੀਜ਼ਲ ਹੈ। ਤੇ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਕਿ ਹਾਂਜੀ ਆਪਾਂ ਨੂੰ ਇਹ ਚੀਜ਼ ਸਸਤੀ ਮਿਲ ਜਾਏਗੀ ਜਾਂ ਕੁਝ ਵੀ ਹੈ। ਇਹ ਤਾਂ ਮਹਿੰਗਾਈ ਵਧਾ ਰਹੇ ਨੇ, ਤੇ ਇਹਦਾ ਸਭ ਨੂੰ ਜਿਹੜਾ ਖਮਿਆਜ਼ਾ ਜਿਹੜਾ ਹੈ ਉਹ ਤਾਂ ਨਾਰਮਲ ਬੰਦਾ, ਜਿਹੜਾ ਵਿਚਾਰਾ ਰੇਹੜੀਦਾਰ ਆ ਜਾਂ ਮਾਰਕੀਟਿੰਗ ਕਰਦਾ, ਉਹਨੂੰ ਪ੍ਰੋਬਲਮ ਹੈ। ਅਪਰ ਲੈਵਲ ਨੂੰ ਤਾਂ ਇੰਨਾ ਫੀਲ ਹੋਣਾ ਨਹੀਂ ਹੈ, ਗਵਰਨਮੈਂਟ ਬੈਠੀ ਆ, ਉਹਨਾਂ ਨੂੰ ਤਾਂ ਸਭ ਕੁਝ ਮਿਲ ਰਿਹਾ, ਬਟ ਆਮ ਬੰਦੇ ਲਈ ਪ੍ਰੋਬਲਮ ਹੈ ਇਹ ਬਹੁਤ ਬੜੀ। ਤਾਂ ਇਹਦਾ ਰੇਟ ਘਟਣੇ ਚਾਹੀਦੇ ਆ, ਮਤਲਬ ਜਿੰਨਾ ਹੋ ਸਕੇ ਟੈਕਸ ਨੂੰ ਆ ਉਹਨੂੰ ਤੁਸੀਂ ਇੱਕ ਤਰ੍ਹਾਂ ਆਪਣੇ ਐਕਸਾਈਜ਼ ਡਿਊਟੀ ਹੈਗੀ ਆ, ਚਾਹੇ ਕੁਝ ਵੀ ਲਗਾ ਕੇ ਚੱਲ ਰਿਹਾ, ਇਹਨੂੰ ਕੰਟਰੋਲ ਕਰਨਾ ਚਾਹੀਦਾ। LPG ਸਿਲੰਡਰ ਸਬਸਿਡੀ ਆ ਬੰਦ ਕਰਤੀ ਇਹਨਾਂ ਨੇ, ਉਹ 700 ਤੋਂ ਉੱਪਰ ਹੋ ਗਿਆ ਸਿਲੰਡਰ ਦਾ ਰੇਟ ਵੀ। ਤੇ ਦੋਨੋਂ ਚੀਜ਼ਾਂ ਲਈ ਇਹ ਫੇਲੀਅਰ ਹੈ BJP ਦਾ ਬਹੁਤ ਬੜਾ। ਇਹਦੇ ਲਈ ਕੁਝ ਕਰਨਾ ਚਾਹੀਦਾ ਇਹਨਾਂ ਨੂੰ। ਬਾਕੀ ਤਾਂ ਜੋ ਵੀ ਆ, ਬਾਕੀ ਸਰਵਾਈਵ ਤਾਂ ਕਰਨਾ ਹੀ ਹਰ ਬੰਦੇ ਨੇ ਜਿੱਦਾਂ ਵੀ ਹੈ, ਪਰ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਇਸ ਨਾਲ। ਬੇਸਿਕ ਚੀਜ਼ ਹੈ ਜੀ ਇਹ ਅੱਜ ਦੀ ਡੇਟ ਦੇ ਵਿੱਚ। ਤੁਸੀਂ ਲਾ ਲਓ, ਚਾਹੇ ਉਹ ਗੰਨੇ ਦੀ ਰੇਹੜੀ ਲਾਉਣ ਵਾਲਾ ਬੰਦਾ, ਉਹਨੂੰ ਵੀ ਡੀਜ਼ਲ ਦੀ ਰਿਕੁਆਇਰਮੈਂਟ ਆ। ਆਮ ਬੰਦਾ ਛੋਟੇ ਤੋਂ ਲੈ ਕੇ ਵੱਡੇ ਦਾ ਡੀਜ਼ਲ ਪੈਟਰੋਲ ਦੇ ਬਿਨਾਂ ਕੰਮ ਨਹੀਂ ਚੱਲ ਰਿਹਾ। ਤੇ ਜਿਹੜੀ ਨੈਸੈਸਿਟੀ ਇੱਕ ਆਮ ਬੰਦੇ ਦਿੰਦੀ, ਉਹਨੂੰ ਤੁਸੀਂ ਇੱਕ ਨਾਰਮਲ ਰੇਟ 'ਚ ਰੱਖੋ। ਉਹਦੇ ਲਈ ਤੁਸੀਂ ਇਹ ਨਾ ਸੋਚੋ ਕਿ ਹਾਂ ਠੀਕ ਹੈ, ਤੁਸੀਂ ਸ਼ਰਾਬ ਹੈ ਉੱਥੇ ਐਕਸਾਈਜ਼ ਡਿਊਟੀ ਲਾ ਰਹੇ ਹੋ, ਜਿੰਨਾ ਮਰਜ਼ੀ ਲਗਾ ਲਓ, ਉਹਦਾ ਕੋਈ ਇੰਨਾ ਹੈ ਨਹੀਂ। ਆਮ ਬੰਦਾ ਪੀਏ ਨਾ ਪੀਏ ਕੋਈ ਪ੍ਰੋਬਲਮ ਨਹੀਂ ਹੈ, ਬਟ ਪੈਟਰੋਲ ਡੀਜ਼ਲ ਤਾਂ ਇੱਕ ਨੈਸੈਸਿਟੀ ਆ ਬਹੁਤ ਬੜੀ ਆਮ ਬੰਦੇ ਲਈ। ਸੋ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ, ਅਸੀਂ ਗੱਲਬਾਤ ਕੀਤੀ ਪੈਟਰੋਲ ਪੰਪ ਦੇ ਮੈਨੇਜਰ ਦੇ ਨਾਲ ਵੀ ਗੱਲਬਾਤ ਕੀਤੀ, ਅਸੀਂ ਗੱਲਬਾਤ ਕੀਤੀ ਇੱਥੋਂ ਦੇ ਲੋਕ ਜੋ ਕਿ ਪੈਟਰੋਲ ਪਵਾਉਣ ਦੇ ਲਈ ਆ ਰਹੇ ਸੀਗੇ। ਸੋ ਸਭ ਦਾ ਇਹੀ ਕਹਿਣਾ ਹੈ ਕਿ ਇੱਕ ਬਹੁਤ ਹੀ ਇੱਕ ਆਮ ਨੈਸੈਸਿਟੀ ਹੈ, ਇਸ ਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀਆਂ ਜਦੋਂ ਵੱਧਦੀਆਂ ਕੀਮਤਾਂ ਦੇ ਵੱਲ ਉਹ ਧਿਆਨ ਦਿੱਤਾ ਜਾਵੇ, ਤਾਂ ਕਿ ਆਮ ਆਦਮੀ ਤੇ ਮਹਿੰਗਾਈ ਦੀ ਮਾਰ ਨਾ ਪਵੇ। ਕੈਮਰਾਮੈਨ ਅਮਿਤ ਪਾਠਕ ਦੇ ਨਾਲ ਤਮੰਨਾ ਬੇਦੀ, ਦਾ ਸਮਰ ਨਿਊਜ਼, ਲੁਧਿਆਣਾ। ਵਧੇਰੇ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ, ਤੇ Instagram ਤੇ ਫੋਲੋ ਕਰਨਾ ਨਾ ਭੁੱਲਣਾ।